ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ ਤੇ। ਅੱਜ ਆਪਾਂ ਕਰਨ ਜਾ ਰਹੇ ਹਾਂ ਵਰਧਨ ਸਾਮਰਾਜ। ਇਸ ਤੋਂ ਪਹਿਲਾਂ ਵਾਲੇ ਜਿਹੜੇ ਲੈਕਚਰ ਸੀ ਉਹਨਾਂ ਦਾ ਤੁਹਾਨੂੰ ਲਿੰਕ ਮਿਲ ਜਾਵੇਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ। ਹਾਂਜੀ, ਬਹੁਤੀ ਦੇਰ ਨਾਲ ਲਾਉਂਦੇ ਹੋਏ ਆਪਾਂ ਅੱਜ ਦੀ ਕਲਾਸ ਆ ਜਿਹੜੀ ਸਟਾਰਟ ਕਰਦੇ ਹਾਂ, ਜਿਸ ਦੇ ਵਿੱਚ ਸਾਰਾ ਵਰਧਨ ਸਾਮਰਾਜ ਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮਾਸਟਰ ਕੇਡਰ ਨਾਲ ਜਿਹੜੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਆ ਉਹ ਇਸ ਵਿੱਚੋਂ ਆ ਸਕਦੇ ਨੇ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ। ਹਾਂਜੀ, ਸਟਾਰਟ ਕਰਦੇ ਹਾਂ ਆਪਾਂ ਕਲਾਸ। ਵਰਧਨ ਸਾਮਰਾਜ, ਜਿਸ ਨੂੰ ਪੁੱਛਿਆ ਭੂਤੀ ਵੰਸ਼ ਜਾਂ ਪੁੱਛਿਆ ਭੂਤੀ ਵੰਸ਼ ਵੀ ਕਹਿ ਲਿਆ ਜਾਂਦਾ ਜੀ। ਜੋ ਗੁਪਤੇ ਸੀਗੇ, ਗੁਪਤ ਸਾਮਰਾਜ ਵਾਲੇ ਸੀ, ਉਹਨਾਂ ਦੇ ਸਮਤ ਸੀ। ਹੁਣਾਂ ਦੇ ਹਮਲਿਆਂ ਦੇ ਦੌਰਾਨ ਹੀ ਇਹਨਾਂ ਨੇ ਆਪਣੇ ਜਿਹੜੇ ਸੁਤੰਤਰ ਰਾਜ ਆ ਉਹ ਸਥਾਪਿਤ ਕੀਤੇ ਸੀ। ਅਤੇ ਜਿਹੜੇ ਇਹਨਾਂ ਦਾ ਰਾਜ ਸੀ ਉਹ ਸੀ ਥਾਨੇਸ਼ਰ, ਜਿਸ ਨੂੰ ਆਪਾਂ ਅੱਜ ਕੱਲ੍ਹ ਅੰਬਾਲਾ ਦਾ ਇਲਾਕਾ ਕਹਿ ਦਿੰਦੇ ਹਾਂ, ਉਸ ਜਗ੍ਹਾ 'ਤੇ ਸੀ। ਸਥਾਪਨਾ ਕੀਤੀ ਸੀ ਜੀ ਵਰਧਨ ਸਾਮਰਾਜ ਦੀ ਪ੍ਰਭਾਕਰ ਵਰਧਨ ਨੇ। ਪਰ ਇਸ ਤੋਂ ਪਹਿਲਾਂ ਦੋ ਰਾਜੇ ਆ ਜਿਹੜੇ ਇਸ ਵੰਸ਼ ਦੇ ਮੰਨੇ ਜਾਂਦੇ ਆ, ਨਰਵਰਧਨ ਅਤੇ ਅਦਿੱਤਿਆ ਵਰਧਨ। ਜੇਕਰ ਆਪਾਂ ਗੱਲ ਕਰੀਏ ਵੀ ਅਸਲ ਵਿੱਚ ਸੰਸਥਾਪਕ ਉਹ ਮੰਨਦੇ ਆ ਪ੍ਰਭਾਕਰ ਵਰਧਨ ਨੂੰ। ਕਿਉਂਕਿ ਉਹ ਪਹਿਲਾ ਸੁਤੰਤਰ ਰਾਜਾ ਸੀ ਪ੍ਰਭਾਕਰ ਵਰਧਨ। ਸੋ ਸਥਾਪਨਾ ਆਪਾਂ ਇਹੀ ਲਿਖਾਂਗੇ ਕਿ ਜੋ ਵਰਧਨ ਵੰਸ਼ ਦੀ ਉਹ ਪ੍ਰਭਾਕਰ ਵਰਧਨ ਕੀਤੀ ਆ, ਚਾਹੇ ਨਰਵਰਧਨ ਅਤੇ ਅਦਿੱਤਿਆ ਵਰਧਨ ਸੀ। ਪ੍ਰਭਾਕਰ ਵਰਧਨ ਸੀਗਾ ਜੋ ਉਸ ਦਾ ਬੇਟਾ ਸੀ ਰਾਜਿਆਵਰਧਨ ਅਤੇ ਹਰਸ਼ਵਰਧਨ। ਇਹ ਦੋਨੇ ਭਰਾ ਸੀ, ਰਾਜਿਆਵਰਧਨ ਅਤੇ ਹਰਸ਼ਵਰਧਨ। ਅਤੇ ਇੱਕ ਇਹਨਾਂ ਦੀ ਬੇਟੀ ਸੀ ਰਾਜਸ਼੍ਰੀ ਜਾਂ ਰਾਜਸ਼੍ਰੀ ਲਿਖਿਆ ਹੁੰਦਾ ਜੀ ਸਿੱਧਾ ਹੀ ਐਵੇਂ। ਕਨੌਜ ਦੇ ਜੋ ਇਹਨਾਂ ਦੀ ਬੇਟੀ ਸੀ ਪ੍ਰਭਾਕਰ ਵਰਧਨ ਦੀ, ਕਨੌਜ ਦੇ ਮੋਖਰੀ ਵੰਸ਼ ਦੇ ਰਾਜੇ ਗ੍ਰਹਿ ਵਰਮਨ ਨਾਲ ਵਿਆਹੀ ਹੋਈ ਸੀ। ਸੋ ਇਹਨਾਂ ਦਾ ਜਿਹੜਾ ਜਵਾਈ ਸੀਗਾ ਪ੍ਰਭਾਕਰ ਵਰਧਨ ਦਾ ਉਹ ਸੀ ਗ੍ਰਹਿ ਵਰਮਨ, ਅਤੇ ਇਹਨਾਂ ਦੇ ਬੇਟੇ ਸੀ ਰਾਜਿਆਵਰਧਨ ਅਤੇ ਹਰਸ਼ਵਰਧਨ। ਮਾਲਵੇਦ ਦਾ ਰਾਜਾ ਦੇਵਗੁਪਤ ਸੀਗਾ ਜੋ ਉਸ ਦਾ ਸਾਥੀ ਸੀ ਸੰਸਾਖ। ਹੁਣ ਇਸ ਨੂੰ ਪੂਰਾ ਧਿਆਨ ਨਾਲ ਕਰ ਲੈਣਾ ਜੀ। ਜੋ ਮਾਲਵੇਦ ਦਾ ਰਾਜਾ ਸੀ ਦੇਵਗੁਪਤ ਅਤੇ ਉਸ ਦਾ ਸਾਥੀ ਸੀ ਸੰਸਾਕ, ਜੋ ਬੰਗਾਲ ਦਾ ਗੌੜ ਵੰਸ਼ ਰਾਜਾ ਸੀ। ਗੌੜ ਵੰਸ਼ ਦਾ ਇੱਕ ਰਾਜਾ ਸੀ ਬੰਗਾਲ ਦੇ ਵਿੱਚ ਸੰਸਾਕ। ਮਾਲਵੇਦਾ ਦਾ ਰਾਜਾ ਸੀ ਦੇਵਗੁਪਤ। ਇਹ ਦੋਨੇ ਆਪਸ ਵਿੱਚ ਕੀ ਸੀ, ਦੋਸਤ ਸੀ। ਇਹਨਾਂ ਨੇ ਦੋਨਾਂ ਨੇ ਰਲ ਕੇ ਦੇਵਗੁਪਤ ਅਤੇ ਸੰਸਾਕ ਨੇ ਗ੍ਰਹਿ ਵਰਮਨ ਨੂੰ ਮਾਰਤਾ, ਜੋ ਕਿ ਪ੍ਰਭਾਕਰ ਵਰਧਨ ਦਾ ਕੀ ਸੀਗਾ, ਜਵਾਈ ਸੀ। ਅਤੇ ਜੋ ਪ੍ਰਭਾਕਰ ਵਰਧਨ ਦਾ ਬੇਟਾ ਸੀ ਰਾਜਿਆਵਰਧਨ ਨਾ, ਉਸਨੇ ਕੀ ਕੀਤਾ, ਦੇਵਗੁਪਤ ਨੂੰ ਮਾਰਤਾ। ਫਿਰ ਉਸ ਤੋਂ ਬਾਅਦ ਜਦੋਂ ਦੇਵਗੁਪਤ ਮਾਰਿਆ ਗਿਆ ਤਾਂ ਜਿਹੜਾ ਸੰਸਾਕ ਸੀਗਾ ਦੇਵਗੁਪਤ ਦਾ ਦੋਸਤ, ਉਸਨੇ ਰਾਜਿਆਵਰਧਨ ਸੀਗਾ ਜਿਹੜਾ ਉਹਨੂੰ ਮਾਰਤਾ। ਫਿਰ ਬਾਅਦ ਵਿੱਚ ਜਿਹੜਾ ਸੰਸਾਕ ਆ, ਜਦੋਂ ਇਸ ਦਾ ਭਰਾ ਰਾਜਿਆਵਰਧਨ ਦਾ ਹਰਸ਼ਵਰਧਨ ਮਤਲਬ ਰਾਜਗੱਦੀ 'ਤੇ ਬੈਠ ਜਾਂਦਾ ਤਾਂ ਉਸਨੇ ਕਨੌਜ ਦੇ ਹਮਲਾ ਕਰਕੇ ਮਤਲਬ ਤਾਂ ਜਿਹੜਾ ਸੰਸਾਕ ਸੀਗਾ ਬੰਗਾਲ ਦਾ ਸੰਸਾਕ ਸੀਗਾ ਉਸ ਨੂੰ ਮਾਰ ਦਿੰਦਾ ਗਾ। ਤਾਂ ਉਸ ਤੋਂ ਬਾਅਦ ਅਖੀਰ 'ਤੇ ਜਾ ਕੇ ਹਰਸ਼ਵਰਧਨ ਆ ਜਿਹੜਾ ਉਹ ਸੰਸਾਕ ਨੂੰ ਮਾਰ ਦਿੰਦਾ ਗਾ। ਭਾਵ ਕਿ ਪਹਿਲਾਂ ਸਾਰਿਆਂ ਨਾਲੋਂ ਆਪਾਂ ਦੁਬਾਰਾ ਕਰਦੇ ਹਾਂ ਜੀ। ਜਿਹੜਾ ਸੰਸਾਕ ਅਤੇ ਦੇਵਗੁਪਤ ਆ ਇਹ ਦੋਨੇ ਰਲ ਕੇ ਕਿਸ ਨੂੰ ਮਾਰ ਦਿੰਦੇ ਆ, ਗ੍ਰਹਿ ਵਰਮਨ ਨੂੰ ਮਾਰ ਦਿੰਦੇ ਆ। ਅਤੇ ਗ੍ਰਹਿ ਵਰਮਨ ਦਾ ਜੋ ਸਾਲਾ ਰਾਜਿਆਵਰਧਨ ਆ ਉਹ ਉਸ ਨੂੰ ਦੇਵਗੁਪਤ ਨੂੰ ਮਾਰ ਦਿੰਦਾ, ਅਤੇ ਦੇਵਗੁਪਤ ਦਾ ਬਦਲਾ ਲੈਣ ਲਈ ਸੰਸਾਕ ਆ ਜਿਹੜਾ ਉਹ ਰਾਜਿਆਵਰਧਨ ਨੂੰ ਮਾਰ ਦਿੰਦਾ। ਅਤੇ ਬਾਅਦ ਵਿੱਚ ਜਿਹੜਾ ਸੰਸਾਕ ਨੂੰ ਮਾਰ ਦਿੱਤਾ ਜੀ ਹਰਸ਼ਵਰਧਨ, ਜੋ ਕਿ ਆਪਣੇ ਸਿਲੇਬਸ ਦੇ ਵਿੱਚ ਹੈ। ਹਰਸ਼ ਚਰਿਤ, ਕਦੰਬਰੀ, ਪਾਰਵਤੀ ਅਤੇ ਪ੍ਰੀਨਨ, ਇਸ ਵਿੱਚ ਸਾਨੂੰ ਜਿਹੜੀ ਉੱਪਰਲੀ ਜਾਣਕਾਰੀ ਮਿਲਦੀ ਹੈ ਕਿ ਕਿਸ ਨੇ ਕਿਸ ਨੂੰ ਮਾਰਿਆ। ਇਹ ਲਿਖੀਆਂ ਸੀ ਜੀ ਸਾਰੀਆਂ ਬਾਣਭੱਟ ਨੇ, ਜਿਸ ਦਾ ਦਰਬਾਰੀ ਕਵੀ ਸੀ। ਹਰਸ਼ਵਰਧਨ ਦਾ ਦਰਬਾਰੀ ਕਵੀ ਸੀ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਵਰਧਨ ਲੋਕ ਸੀ ਜਿਹੜੇ ਵੈਸ਼ ਜਾਤੀ ਨਾਲ ਸੰਬੰਧਿਤ ਸੀਗੇ। ਹਰਸ਼ਵਰਧਨ ਦਾ ਜਿਹੜਾ ਰਾਜ ਤਿਲਕ ਆ ਉਹ ਕੀਤਾ ਗਿਆ ਸੀ 606 AD ਦੇ ਵਿੱਚ, ਅਤੇ ਉਸ ਸਮੇਂ ਇਹਨਾਂ ਦੀ ਉਮਰ ਸੀ 16 ਸਾਲ। ਉਪਾਧੀ ਇਹਨਾਂ ਨੇ ਧਾਰੀ ਸੀ ਸ਼ਿਲਾਦਿੱਤਿਆ ਦੀ। ਜਦੋਂ ਇਹ ਰਾਜਗੱਦੀ 'ਤੇ ਬੈਠੇ ਤਾਂ ਇਹਨਾਂ ਦੇ ਕੋਲ ਤਿੰਨ ਪ੍ਰੋਬਲਮ ਸੀ ਮੇਨ। ਇੱਕ ਤਾਂ ਜਿਹੜੀ ਇਹਨਾਂ ਦੀ ਭੈਣ ਸੀ ਰਾਜਸ਼੍ਰੀ, ਉਹ ਘਰੋਂ ਚਲੀ ਗਈ ਸੀ, ਜਿਹਨੂੰ ਲੱਭਣਾ ਸੀ ਵੀ ਉਹ ਕਿੱਥੇ ਗਈ ਆ। ਅਤੇ ਦੂਜਾ ਸੀ ਇਸਨੇ ਕਨੌਜ 'ਤੇ ਅਧਿਕਾਰ ਕਰਨਾ ਸੀ, ਕਿਉਂਕਿ ਜਿਹੜੀ ਇਹਦੀ ਭੈਣ ਸੀਗੀ ਰਾਜਸ਼੍ਰੀ ਉਹ ਮੋਖਰੀ ਵੰਸ਼ ਦੇ ਰਾਜੇ ਗ੍ਰਹਿ ਵਰਮਨ ਨਾਲ ਵਿਆਹੀ ਹੋਈ ਸੀ। ਅਤੇ ਤੀਜਾ ਸੀ ਸੰਸਾਕ ਨੂੰ ਮਾਰਨਾ ਸੀ, ਕਿਉਂਕਿ ਇਸਨੇ ਕੀ ਕੀਤਾ ਸੀ, ਇਸਦੇ ਭਰਾ ਨੂੰ
ਮਾਰ ਦਿੱਤਾ ਸੀ, ਹਰਸ਼ਵਰਧਨ ਦੇ ਭਰਾ ਨੂੰ। ਹਾਂਜੀ, ਜੇਕਰ ਆਪਾਂ ਜਾਣਕਾਰੀ ਦੀ ਗੱਲ ਕਰੀਏ, ਜੋ ਵਰਧਨ ਸਾਮਰਾਜ ਆ ਉਸ ਦੀ ਸਾਨੂੰ ਜਾਣਕਾਰੀ ਮਿਲਦੀ ਆ ਬਾਣ ਭੱਟ ਦੇ, ਜੋ ਇਹਨਾਂ ਦਾ ਸੰਸਕ੍ਰਿਤ ਦਾ ਵਿਦਵਾਨ ਸੀ ਅਤੇ ਇਹਨਾਂ ਦੇ ਦਰਬਾਰੀ ਕਵੀ ਸੀ। ਬਾਣ ਭੱਟ ਇੱਕ ਸੰਸਕ੍ਰਿਤ ਵਿਦਵਾਨ ਸੀ, ਦਰਬਾਰੀ ਸੀ ਜੀ ਹਰਸ਼ਵਰਧਨ ਦਾ, ਜਿਸ ਨੇ ਹਰਸ਼ਚਰਿਤ ਲਿਖੀ, ਜਿਸ ਦੇ ਵਿੱਚ ਉਸਨੇ ਵਰਧਨ ਸਾਮਰਾਜ ਦੀ ਜਿਹੜੀ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ। ਇਸ ਤੋਂ ਇਲਾਵਾ ਹਿਊਨ ਸਾਂਗ ਇੱਕ ਚੀਨੀ ਯਾਤਰੀ ਸੀ, ਬੋਧੀ ਰਾਈਟਰ ਸੀ, ਅਤੇ ਉਸਦੀ ਬੁੱਕ ਸੀ ਕਸੀ ਯੂ ਕੀ, ਜੋ ਕਿ ਰਿਕਾਰਡ ਸੀ ਵੈਸਟਰਨ ਵਰਲਡ ਦਾ, ਅਤੇ ਜਿਸ ਵਿੱਚ ਉਸ ਸਮਾਜਿਕ, ਰਾਜਨੀਤਿਕ, ਧਾਰਮਿਕ, ਆਰਥਿਕ ਜਿਹੜੀ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਵਰਧਨ ਸਾਮਰਾਜ ਦੇ ਬਾਰੇ ਬਹੁਤ ਜ਼ਿਆਦਾ ਜਿਹੜੀ ਬਹੁਮੁੱਲੀ ਜਾਣਕਾਰੀ ਮਿਲਦੀ ਆ ਹਿਊਨ ਸਾਂਗ ਦੇ ਸਰੋਤਾਂ ਤੋਂ। ਉਸ ਨੇ ਦੱਸਿਆ ਉਹ 7ਵੀਂ ਸਦੀ ਦੇ ਵਿੱਚ ਆਇਆ ਸੀਗਾ, ਅਤੇ ਹਿਊਨ ਸਾਂਗ ਦੱਸਦਾ ਕਿ ਜਿਹੜਾ ਟੈਕਸ ਉਹਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। 25% ਹੁੰਦਾ ਸੀਗਾ ਜਿਹੜਾ ਰਾਜਾ ਆਪਣੇ ਕੋਲ ਰੱਖਦਾ ਸੀ, 25% ਵਿਦਵਾਨਾਂ ਨੂੰ ਦੇ ਦਿੰਦਾ ਸੀ, ਅਤੇ 25 ਮੰਤਰੀਆਂ ਨੂੰ, 25 ਉਹ ਧਾਰਮਿਕ ਕੰਮਾਂ ਦੇ ਲਈ ਖਰਚ ਕਰ ਦਿੰਦਾ ਸੀ। ਹਾਂਜੀ, ਇੱਥੇ 2 ਕੁਐਸਚਨ ਧਿਆਨ ਨਾਲ ਕਰਨ ਵਾਲੇ ਆ। ਕਈ ਵਾਰ ਕੁਐਸਚਨ ਆ ਜਾਂਦਾ ਕਿ ਲਾਸਟ ਗ੍ਰੇਟ ਹਿੰਦੂ ਕਿੰਗ ਆਫ ਐਂਸੀਐਂਟ ਹਿਸਟਰੀ, ਪ੍ਰਾਚੀਨ ਭਾਰਤ ਦਾ ਮਹਾਨ ਹਿੰਦੂ ਰਾਜਾ ਜਿਹੜਾ ਅਖੀਰਲਾ ਸੀ ਉਹ ਕੌਣ ਸੀ? ਤਾਂ ਹਰਸ਼ਵਰਧਨ ਸੀ। ਜੇ ਉਹ ਡਾਇਰੈਕਟ ਪੁੱਛਦੇ ਆ ਕਿ ਲਾਸਟ ਜਿਹੜਾ ਹਿੰਦੂ ਰਾਜਾ ਸੀ, ਅਖੀਰਲਾ ਹਿੰਦੂ ਰਾਜਾ ਸੀ, ਤਾਂ ਉਹ ਹੇਮੂ ਸੀ ਜੀ, ਜਿਸ ਨੇ ਪਾਣੀਪਤ ਦੀ ਲੜਾਈ ਲੜੀ ਸੀ। ਅਤੇ ਇਹਨਾਂ ਵਿੱਚ ਕਨਫਿਊਜ਼ ਨਹੀਂ ਹੋਣਾ। ਮਹਾਨ ਜਿਹੜਾ ਸੀਗਾ ਹਿੰਦੂ ਰਾਜਾ ਲਾਸਟ ਉਹ ਸੀ ਹਰਸ਼ਵਰਧਨ, ਅਤੇ ਵੈਸੇ ਲਾਸਟ ਹਿੰਦੂ ਹਰਸ਼ਵਰਧਨ ਨੇ ਜੋ ਸੰਸਾਕ ਨੂੰ ਕਿਉਂ ਮਾਰਿਆ ਸੀਗਾ, ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਇਹਨਾਂ ਦੀ ਹਿਸਟਰੀ। ਸੰਸਾਕ ਨੇ 2 ਰੀਜ਼ਨਾਂ ਦੇ ਕਰਕੇ ਮਾਰਿਆ ਸੀ। ਇੱਕ ਤਾਂ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ। ਸੰਸਾਕ ਆਪਾਂ ਨੂੰ ਪਤਾ ਹੀ ਹੈ ਕਿ ਬੰਗਾਲ ਦਾ ਗੌੜ ਵੰਸ਼ ਦਾ ਰਾਜਾ ਸੀ। ਉਹਨੂੰ 2 ਰੀਜ਼ਨ ਸੀ ਮਾਰਨ ਦੇ। ਪਹਿਲਾ ਸੀ ਜੀ ਗਿਆ ਵਿੱਚ ਉਹਨੇ ਬੋਧੀ ਦਰਖਤ ਸੀਗਾ ਜਿਹੜਾ ਉਹ ਕਟਵਾ ਦਿੱਤਾ ਸੀਗਾ, ਅਤੇ ਦੂਸਰਾ ਸੀ ਹਰਸ਼ਵਰਧਨ ਦੇ ਭਰਾ ਨੂੰ ਮਾਰ ਦਿੱਤਾ ਸੀਗਾ। ਦੱਖਣ ਦਾ ਰਾਜਾ ਸੀਗਾ ਜਿਹੜਾ ਚਾਲੁਕਿਆ ਵੰਸ਼ ਦਾ ਸੀ, ਪਲੇਕਸ਼ਨ ਦੂਜਾ। ਇਸ ਤੋਂ ਹਰਸ਼ਵਰਧਨ ਹਾਰ ਜਾਂਦਾ, ਅਤੇ ਇਸ ਦੀ ਆਖਰੀ ਲੜਾਈ ਹੁੰਦੀ ਹੈ ਜੋ ਬਤਾਪੀ ਦਾ ਰਾਜਾ ਸੀ। ਇਸ ਦੇ ਬਾਰੇ ਜਿਹੜੀ ਜਾਣਕਾਰੀ ਮਿਲਦੀ ਆ ਵੀ ਉਹ ਦੱਖਣ ਦੇ ਰਾਜੇ ਚਾਲੁਕਿਆ ਦਾ ਵੰਸ਼ ਦਾ ਸੀ, ਜੋ ਪਲੇਕਸ਼ਨ ਦੂਜਾ ਉਸ ਤੋਂ ਹਾਰਿਆ ਸੀ, ਉਹ ਮਿਲਦੀ ਹੈ ਜੀ। ਇਹ ਹੋਲ ਸ਼ਿਲਾਲੇਖ ਰਵੀ ਕੀਰਤੀ ਨੇ ਲਿਖਿਆ ਸੀ, ਜੋ ਕਿ ਇੱਕ ਜੈਨੀ ਸੀ। ਇਸ ਤੋਂ ਇਲਾਵਾ ਜੀ ਜੋ ਹਰਸ਼ਵਰਧਨ ਹੈ ਉਸ ਨੂੰ ਮਹਾਨ ਦਾਨੀ ਕਿਹਾ ਜਾਂਦਾ ਸੀ, ਅਤੇ ਇਸ ਦੀ ਜੋ ਭੈਣ ਸੀ ਉਹ ਵੀ ਬਹੁਤ ਵੱਡੀ ਦਾਨੀ ਸੀ। ਪ੍ਰਯਾਗ ਸਭਾ ਕੀਤੀ ਸੀ ਇਹਨਾਂ ਨੇ, ਜੋ ਕਿ ਹਰ 5 ਸਾਲ ਬਾਅਦ ਹੁੰਦੀ ਸੀ। ਪ੍ਰਯਾਗ ਦੇ ਸਥਾਨ 'ਤੇ ਜੋ ਗੰਗਾ ਅਤੇ ਜਮੁਨਾ ਦਾ ਮੇਲ ਹੁੰਦਾ, ਜਿੱਥੇ ਉੱਥੇ ਜੀ ਕੁੰਭ ਦਾ ਮੇਲਾ ਲੱਗਦਾ। ਕਨੌਜ ਦੀ ਜਿਹੜੀ ਸਭਾ ਉਸ 'ਚ ਹਿਊਨ ਸਾਂਗ ਆ ਉਸ ਨੂੰ ਇਸ ਨੇ ਸਨਮਾਨਿਤ ਕੀਤਾ ਸੀ, ਜੋ ਕਿ ਇੱਕ ਚੀਨੀ ਯਾਤਰੀ ਸੀ, ਜਿਸ ਦੇ ਬਾਰੇ ਆਪਾਂ ਸਭ ਕੁਝ ਪੜ੍ਹਾਂਗੇ। ਸ਼ਿਵ ਨੂੰ ਇਸ ਨੇ ਸੂਰਿਆ ਮੰਨਦਾ ਸੀ, ਅਤੇ ਆਪ ਜੋ ਹਰਸ਼ਵਰਧਨ ਹੈ ਉਹ ਸ਼ਿਵ ਨੂੰ ਸੂਰਿਆ ਮੰਨਦਾ। ਆਪ ਉਸਨੇ ਬੁੱਧ ਦੀ ਜਿਹੜੀ ਮਹਾਜਾਨ ਸ਼ਾਖਾ ਉਸ ਨੂੰ ਗ੍ਰਹਿਣ ਕੀਤਾ। ਪਹਿਲਾਂ ਇਹ ਹੀਨਜਾਨੀ ਸੀਗਾ ਜੋ ਹਰਸ਼ਵਰਧਨ ਸੀ, ਉਹਦਾ ਉਸ ਸਮੇਂ ਉਸ ਉੱਪਰ ਪ੍ਰਭਾਵ ਸੀਗਾ ਉਸਦੇ ਭਰਾ ਰਾਜਵਰਧਨ ਦਾ, ਤਾਂ ਕਰਕੇ ਉਹ ਪਹਿਲਾਂ ਹੀਨਜਾਨੀ ਜਿਹੜੀ ਸ਼ਾਖਾ ਸੀਗੀ ਬੁੱਧ ਧਰਮ ਦੀ ਉਸ ਦੇ ਸਰਪ੍ਰਸਤ ਸੀ, ਜਾਂ ਆਪਾਂ ਕਹਿ ਲਈਏ ਉਸ ਨੂੰ ਗ੍ਰਹਿਣ ਕੀਤਾ ਇਹਨਾਂ ਨੇ। ਨੈਕਸਟ ਜੀ ਉਹਨਾਂ ਨੇ ਫਿਰ ਜਦੋਂ ਹਿਊਨ ਸਾਂਗ ਆ ਜਾਂਦਾ ਉਸ ਦੇ ਪ੍ਰਭਾਵ ਕਾਰਨ ਇਹ ਮਹਾਜਾਨੀ ਬਣ ਜਾਂਦੇ ਆ ਹਰਸ਼ਵਰਧਨ। ਇਸ ਤੋਂ ਪਹਿਲਾਂ ਅਸ਼ੋਕ ਅਤੇ ਜਿਹੜੇ ਕਨਿਸ਼ਕ ਸੀ ਉਹਨਾਂ ਨੇ ਵੀ ਬੁੱਧ ਧਰਮ ਨੂੰ ਗ੍ਰਹਿਣ ਕੀਤਾ ਸੀ, ਅਤੇ ਇਹ ਤੀਜਾ ਰਾਜਾ ਸੀਗਾ ਭਾਰਤ ਦਾ ਜਿਸ ਨੇ ਬੁੱਧ ਧਰਮ ਨੂੰ ਗ੍ਰਹਿਣ ਕੀਤਾ ਅਸ਼ੋਕ ਕਨਿਸ਼ਕ ਤੋਂ ਬਾਅਦ। ਅਤੇ ਇਸ ਨੇ ਉਹਨਾਂ ਦੇ ਤਰ੍ਹਾਂ ਹੀ ਅਸ਼ੋਕ ਅਤੇ ਕਨਿਸ਼ਕ ਦੀ ਤਰ੍ਹਾਂ ਹੀ ਹਰਸ਼ਵਰਧਨ ਨੇ ਬੁੱਧ ਧਰਮ ਦਾ ਵਿਕਾਸ ਵੀ ਕੀਤਾ। ਤਿੰਨਾਂ ਦੇ ਵਿੱਚ ਹਰਸ਼ਵਰਧਨ, ਅਸ਼ੋਕ ਅਤੇ ਕਨਿਸ਼ਕ, ਇਹਨਾਂ ਵਿੱਚ 3 ਗੱਲਾਂ ਸੀਗੀਆਂ ਜਿਹੜੀਆਂ ਕਾਮਨ ਸੀਗੀਆਂ। ਪਹਿਲੀ ਸੀ ਜੀ ਜਾਨਵਰਾਂ ਨੂੰ ਇਹ ਨਹੀਂ ਮਾਰਨ ਦੇ ਪੱਖ ਵਿੱਚ ਸੀ। ਸਤੂਪ ਵਿਹਾਰ ਬਣਾਏ ਸੀ ਤਿੰਨਾਂ ਨੇ। ਹਰ ਸਾਲ ਬੋਧੀ ਸਭਾ ਕਰਵਾਉਂਦੇ ਸੀ ਤਿੰਨਾਂ ਹੀ, ਅਸ਼ੋਕ, ਕਨਿਸ਼ਕ ਅਤੇ ਹਰਸ਼ਵਰਧਨ। ਪ੍ਰਯਾਗ ਸਭਾ ਜੀ ਹਰ ਸਾਲ 5 ਸਾਲ ਬਾਅਦ ਕਰਾਉਂਦੇ ਸੀ। ਇਹ ਸੋਨਾ ਅਤੇ ਪੈਸਾ ਵੰਡਿਆ ਜਾਂਦਾ ਸੀ। ਨਾ ਹੀ ਕਹਿੰਦੇ ਇਤਿਹਾਸ 'ਚ ਇੰਨੀ ਵੱਡੀ ਸਭਾ ਹੋਈ ਸੀ, ਅਤੇ ਨਾ ਹੀ ਕੋਈ ਇੰਨਾ ਵੱਡਾ ਦਾਨੀ ਹੋਇਆ ਸੀ ਹਰਸ਼ਵਰਧਨ ਜਿੰਨਾ। ਭਾਵੇਂ ਕਿ ਕੁਤਬਦੀਨ ਐਬਕ ਨੂੰ ਲੱਖ ਬਖਸ਼ ਕਹਿ ਦਿੰਦੇ ਆ ਦਾਨੀ ਸੁਭਾਅ ਦੇ ਕਰਕੇ, ਪਰ ਉਹ ਵੀ ਇਸ ਦੇ ਬਰਾਬਰ ਨਹੀਂ ਸੀ ਦਾਨ ਕਰਨ ਦੇ ਪੱਖ ਤੋਂ। ਸਾਹਿਤਿਕ ਪ੍ਰੇਮੀ ਵੀ ਸੀ ਹਰਸ਼ਵਰਧਨ ਜੀ। ਇਸ ਨੇ 3 ਨਾਟਕ ਲਿਖੇ, ਪ੍ਰਿਯਦਰਸ਼ਿਕਾ, ਰਤਨਾਵਲੀ ਅਤੇ ਨਾਗਾਨੰਦ। ਇਸ ਨੂੰ ਬਹੁਤ ਹੀ ਧਿਆਨ ਨਾਲ ਕਰਨਾ, ਕਿਹੜੇ 3 ਨਾਟਕ ਜਿਹੜੇ ਰਚਨਾ ਕੀਤੀ ਸੀ ਹਰਸ਼ਵਰਧਨ ਨੇ, ਪ੍ਰਿਯਦਰਸ਼ਕੀ, ਰਤਨਾਵਲੀ ਅਤੇ ਨਾਗਾਨੰਦ। ਹਾਂਜੀ, ਹੁਣ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਪ੍ਰਸ਼ਾਸਨ ਦੀ, ਸਮਾਜਿਕ, ਆਰਥਿਕ
ਪੱਖ ਦੀ। ਪ੍ਰਸ਼ਾਸਨ ਦੇ ਬਾਰੇ ਜੇ ਗੱਲ ਕਰਦੇ ਹਾਂ ਤਾਂ ਸੰਮਤਵਾਦੀ ਅਤੇ ਵਿਕੇਂਦਰੀਕਰਨ ਸੀ। ਮਨਿਸਟਰ ਜੋ ਸੀ ਸਰਹੰਦਾ ਸੀ, ਜੋ ਉਹ ਮਿਲਟਰੀ ਹੈੱਡ ਹੁੰਦਾ ਸੀ, ਸੈਨਾ ਦਾ ਮੁਖੀ ਹੁੰਦਾ ਸੀ, ਜਿਹਨੂੰ ਪਹਿਲਾ ਮਹਾ ਸੈਨਾਪਤੀ ਵੀ ਕਿਹਾ ਜਾਂਦਾ ਸੀ। ਮਹਾਪਰਾ ਮੰਤਰੀ ਸੀ, ਜੋ ਧਾਰਮਿਕ ਮੰਤਰੀ ਸੀ ਇਹਨਾਂ ਦਾ। ਪ੍ਰਸ਼ਾਸਨ ਨੂੰ ਭੁਗਤੀਆਂ ਦੇ ਵਿੱਚ ਵੰਡਿਆ ਹੋਇਆ ਸੀ, ਰਾਜ ਨੂੰ ਭੁਗਤੀਆਂ ਵਿੱਚ ਵੰਡ ਦਿੱਤਾ ਗਿਆ ਸੀ। ਭੁਗਤੀ ਦੇ ਮੁਖੀ ਨੂੰ ਇਹ ਕਹਿੰਦੇ ਸੀ ਰਾਜਸਥਾਨੀਆਂ। ਵਿਸ਼ੇ ਨੂੰ ਵਿਸ਼ੇ ਦਾ ਮੁਖੀ ਹੁੰਦਾ ਸੀ ਵਿਸ਼ਪਤੀ। ਗ੍ਰਾਮ ਸੀ, ਜੋ ਉਸਦਾ ਹੈੱਡ ਹੁੰਦਾ ਸੀ ਪੁਸਤਕਾਰਿਤਾ। ਕਰ ਪ੍ਰਣਾਲੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਨੇ ਦੇਖਿਆ ਹੀ ਹੈ ਕਿ ਉਹਨਾਂ ਨੇ ਪਹਿਲਾਂ ਹੀ ਹਿਊਨ-ਸਾਂਗ ਨੇ 4 ਭਾਗਾਂ 'ਚ ਵੰਡ ਦਿੱਤਾ ਸੀ, 25-25% ਕਰਕੇ 4 ਭਾਗਾਂ 'ਚ। ਤਾਂ ਉਹ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋ, ਮੈਂ ਮੈਂਸ਼ਨ ਨਹੀਂ ਕੀਤਾ। ਇਸ ਤੋਂ ਇਲਾਵਾ ਜਿਹੜਾ ਆਮਦਨ ਦਾ ਮੁੱਖ ਸੋਮਾ ਸੀ ਉਹ ਸੀ ਜੀ ਸਾਧਨ ਸੀ ਭੂਮੀ ਕਰ, ਜੋ ਕਿ 1/6 ਭਾਗ ਲਿਆ ਜਾਂਦਾ ਸੀ, ਜਿਸ ਨੂੰ ਭੋਗਪਤੀ ਜਾਂ ਭੋਗਿਕਾ ਕਹਿੰਦੇ ਸੀ। ਹਿਊਨ-ਸਾਂਗ ਨੇ ਇਹਨੂੰ 4 ਭਾਗਾਂ 'ਚ ਵੰਡਿਆ ਸੀ, ਠੀਕ ਹੈ। ਕਾਰਨ ਉਹ ਤੁਹਾਨੂੰ ਦੱਸੇ ਜਾ ਚੁੱਕਿਆ। ਹਿਊਨ-ਸਾਂਗ ਨੇ ਇੱਕ ਹੁਣ ਸਾਰੀ ਜਿਹੜੀ ਆਪਾਂ ਐਕਸਟਰਾ ਨੌਲੇਜ ਆ ਹਿਊਨ-ਸਾਂਗ ਬਾਰੇ ਪ੍ਰਾਪਤ ਕਰਦੇ ਹਾਂ, ਕਿਉਂਕਿ ਇਸ ਦਾ ਬਹੁਤ ਹੀ ਅਹਿਮ ਯੋਗਦਾਨ ਰਿਹਾ ਵਰਧਨ ਕਾਲ ਨੂੰ ਪੇਸ਼ ਕਰਨ ਦੇ ਵਿੱਚ। ਹਿਊਨ-ਸਾਂਗ ਇੱਕ ਰਾਜੇ ਦੇ ਦਰਬਾਰ 'ਚ ਨਹੀਂ ਰਹਿੰਦਾ ਸੀ। ਜੇਕਰ ਜੋ ਜਿੱਤ ਜਾਂਦਾ ਸੀ ਉਹਦੇ ਦਰਬਾਰ ਚਲਾ ਜਾਂਦਾ ਸੀ, ਜੋ ਹਾਰ ਜਾਂਦਾ ਸੀ ਉਹਦਾ ਦਰਬਾਰ ਛੱਡ ਜਾਂਦਾ ਸੀ। ਜਿਵੇਂ ਪਹਿਲਾਂ ਹਰਸ਼ਵਰਧਨ ਕੋਲ ਗਿਆ, ਜਦੋਂ ਇਹ ਹਾਰ ਗਿਆ ਫਿਰ ਪਲੇਕਸ਼ਨ ਦੂਜੇ ਕੋਲ ਗਿਆ, ਜਦੋਂ ਉਹ ਹਾਰ ਗਿਆ ਤਾਂ ਨਰਸਿੰਘ ਵਰਮਨ ਪੱਲਵ ਰਾਜੇ ਕੋਲ ਚਲਾ ਗਿਆ। ਇਹਦਾ ਕਾਲ ਸੀ ਜੀ, ਸਮਾਂ ਸੀ ਇਹਦਾ 630 ਤੋਂ ਲੈ ਕੇ 630 ਏਡੀ ਤੋਂ ਲੈ ਕੇ 645 ਤੱਕ ਇਹ ਭਾਰਤ ਰਿਹਾ। ਹਿਊਨ-ਸਾਂਗ ਦਾ ਜਿਹੜਾ ਦੂਜਾ ਨਾਮ ਸੀ ਉਹ ਸੀ ਜੁਆਨ ਚੁਆਂਗ, ਠੀਕ ਹੈ ਜੀ। ਇੰਗਲਿਸ਼ 'ਚ ਉਹਨੂੰ ਦੇਖ ਲਿਓ, ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਪੰਜਾਬੀ 'ਚ। ਹਰਸ਼ਵਰਧਨ ਨੂੰ ਉੱਤਰੀ ਭਾਰਤ ਦਾ ਸਵਾਮੀ ਅਤੇ ਮਾਲਿਕ ਕਿਹਾ ਸੀ ਹਿਊਨ-ਸਾਂਗ ਨੇ। ਹਰਸ਼ਵਰਧਨ ਨੂੰ ਉੱਤਰੀ ਭਾਰਤ ਦਾ ਸਵਾਮੀ ਅਤੇ ਮਾਲਿਕ ਕੌਣ ਮੰਨਦਾ ਸੀ? ਹਿਊਨ-ਸਾਂਗ। ਇਹਨੇ 4 ਵਰਨ ਦੱਸੇ ਆ ਉਸ ਸਮੇਂ, ਬ੍ਰਾਹਮਣ, ਵੈਸ਼, ਕਸ਼ੱਤਰੀ ਅਤੇ ਸ਼ੂਦਰ। ਹਾਂਜੀ, ਜੋ ਵੈਸ ਸੀਗੇ ਉਹ ਵਪਾਰ ਕਰਦੇ ਸੀ। ਇਸ ਤੋਂ ਇਲਾਵਾ ਅੰਤਰਜਾਤੀ ਜਿਹੜੇ ਵਿਆਹ ਗਏ, ਠੀਕ ਹੈ, ਇੰਟਰਕਾਸਟ ਜੋ ਵਿਆਹ ਉਹ ਨਹੀਂ ਹੁੰਦੇ ਸੀਗੇ। ਪਰਦਾ ਪ੍ਰਥਾ ਵੀ ਨਹੀਂ ਸੀ ਉਸ ਸਮੇਂ। ਵੈਸ਼ ਅਤੇ ਸ਼ੂਦਰ ਜਿਹੜੀਆਂ ਵੈਸ਼ ਵਾਲੀਆਂ ਸੀ ਵਰਨ ਵਾਲੀਆਂ ਜਾਂ ਸ਼ੂਦਰ ਵਰਨ ਵਾਲੀਆਂ, ਹੈ ਨਾ, ਉਹਨਾਂ ਔਰਤਾਂ ਨੂੰ ਹੀ ਪੁਨਰ ਵਿਆਹ ਕਰਨ ਦਾ ਅਧਿਕਾਰ ਸੀ, ਹੋਰ ਜਿਹੜੇ ਵਰਨ ਵਾਲੀਆਂ ਨਹੀਂ ਕਰਦੀਆਂ ਸੀ। ਇਸ ਤੋਂ ਇਲਾਵਾ ਜਿਹੜੇ ਲੋਕ ਸੀ ਉਹ ਦੰਦਾਂ ਨੂੰ ਲਾਲ ਜਾਂ ਕਾਲਾ ਰੰਗ ਕਰਦੇ ਸੀਗੇ। ਨਾਲੰਦਾ ਯੂਨੀਵਰਸਿਟੀ 'ਚ ਜੋ ਹਿਊਨ-ਸਾਂਗ ਪੜ੍ਹਿਆ ਸੀ, ਹਿਊਨ-ਸਾਂਗ ਨਾਲੰਦਾ ਯੂਨੀਵਰਸਿਟੀ 'ਚ ਪੜ੍ਹਿਆ, ਧਿਆਨ ਨਾਲ ਕਰ ਲਿਓ। ਅਤੇ ਉਹਨਾਂ ਦਾ ਅਧਿਆਪਕ ਸੀ ਸੀਲ ਪੱਧਰ। ਅਤੇ ਹਿਊਨ-ਸਾਂਗ ਨੇ ਕੀ ਕਿਹਾ ਸੀ ਕਿ ਏਸ਼ੀਆ ਦਾ ਸਭ ਤੋਂ ਵੱਡਾ ਸਿੱਖਿਆ ਦਾ ਕੇਂਦਰ ਜੋ ਹੈ ਉਹ ਹੈ ਨਾਲੰਦਾ ਯੂਨੀਵਰਸਿਟੀ। ਅਤੇ ਭਾਰਤ ਨੂੰ ਬ੍ਰਾਹਮਣਾਂ ਦਾ ਦੇਸ਼ ਵੀ ਹਿਊਨ-ਸਾਂਗ ਨੇ ਹੀ ਕਿਹਾ ਸੀ। ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਨੇ, ਧਿਆਨ ਨਾਲ ਕਰਨਾ ਜੀ। ਅਤੇ ਇਸ ਨੇ ਦੱਸਿਆ ਕਿ ਹਿਊਨ-ਸਾਂਗ ਨੇ ਕਿ ਉਸ ਸਮੇਂ 8000 ਸਟੂਡੈਂਟਸ ਸੀ ਅਤੇ 1500 ਜਿਹੜੇ ਅਧਿਆਪਕ ਪੜ੍ਹਾਉਂਦੇ ਸਨ। 6 ਸਾਲ ਪੜ੍ਹਿਆ ਸੀ ਹਿਊਨ-ਸਾਂਗ ਨਾਲੰਦਾ ਯੂਨੀਵਰਸਿਟੀ ਵਿੱਚ, ਅਤੇ 9 ਮੰਜ਼ਲੀ ਲਾਇਬ੍ਰੇਰੀ ਦੱਸਦਾ, ਅਤੇ ਵਿਸ਼ਵ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ ਉਸ ਸਮੇਂ ਦੀ, ਜੋ ਨਾਲੰਦਾ ਯੂਨੀਵਰਸਿਟੀ ਵਿੱਚ ਸੀ। ਨਾਲੰਦਾ ਯੂਨੀਵਰਸਿਟੀ ਤੋਂ ਬਾਅਦ ਜੀ ਉਹ ਪ੍ਰਸ਼ੰਸਾ ਕਰਦਾ ਦੂਜੀ ਯੂਨੀਵਰਸਿਟੀ ਸੀ ਜੋ ਬੱਲਵੀ ਗੁਜਰਾਤ ਦੇ ਵਿੱਚ। ਸਟੂਡੈਂਟ ਇੱਥੇ ਫ੍ਰੀ ਪੜ੍ਹਦੇ ਸੀ ਅਤੇ ਕੋਈ ਵੀ ਫੀਸ ਆ ਜਿਹੜੀ ਨਹੀਂ ਲਈ ਜਾਂਦੀ ਸੀ। ਹਾਂਜੀ, ਜੋ ਹਰਸ਼ਵਰਧਨ ਦਾ ਕਈ ਵਾਰ ਆਪਾਂ ਵੈਸੇ ਕਰ ਚੁੱਕੇ ਹਾਂ, ਤਾਂ ਤੁਹਾਨੂੰ ਕੋਈ ਡਾਊਟ ਨਾ ਰਵੇ ਤਾਂ ਕਰਕੇ ਤੁਹਾਨੂੰ ਮੈਂ ਅਗੇਨ ਇਹ ਮੈਂਸ਼ਨ ਕਰ ਦਿੱਤਾ ਇੱਥੇ। ਅੰਤਮ ਯੁੱਧ ਸੀ ਜੋ ਹਰਸ਼ਵਰਧਨ ਨੇ ਉਹ ਦੱਖਣੀ ਭਾਰਤ ਉੱਤੇ ਅੰਤਮ ਹਮਲਾ ਕਰਕੇ ਕੀਤਾ ਜੀ। ਦੱਖਣ ਭਾਰਤ 'ਚ ਚਲੂਕਿਆ ਵੰਸ਼ ਸੀ, ਪਲੇਕਸ਼ਨ ਦੂਜਾ ਰਾਜਾ ਸੀ। ਹਰਸ਼ਵਰਧਨ ਆ ਜਿਹੜਾ ਉਸ ਤੋਂ ਹਾਰ ਜਾਂਦਾ ਜੀ, ਅਤੇ ਉਸਦੀ ਮੌਤ ਹੋ ਜਾਂਦੀ ਹੈ ਲਗਭਗ ਉਸ ਤੋਂ ਬਾਅਦ 647 ਈਸਵੀ ਦੇ ਲਗਭਗ ਮੌਤ ਹੋ ਜਾਂਦੀ। ਅਤੇ ਕਨੌਜ 'ਤੇ ਇਹਦਾ ਅਧਿਕਾਰ ਸੀ, ਕਿਉਂਕਿ ਜਿਹੜੀ ਇਹਦੀ ਭੈਣ ਸੀ ਉਹ ਮੋਖਰੀ ਵੰਸ਼ ਦੇ ਰਾਜੇ ਗ੍ਰਹਿਵਰਮਨ ਨਾਲ ਵਿਆਹੀ ਹੋਈ ਸੀ। ਕਨੌਜ ਦਾ ਸੀ ਜੋ ਉਸਦੀ ਰਾਜਧਾਨੀ ਨੂੰ ਉਸ ਦੇ ਉੱਪਰ ਵੀ ਕਬਜ਼ਾ ਕਰਕੇ, ਠੀਕ ਹੈ, ਉਸ ਨੂੰ ਰਾਜਧਾਨੀ ਬਣਾ ਲਿਆ ਕਨੌਜ ਨੂੰ। ਅਤੇ ਪਹਿਲਾਂ ਇਹਨਾਂ ਦੀ ਰਾਜਧਾਨੀ ਸੀ ਥਨੇਸ਼ਰ। ਤਾਂ ਕਈ ਵਾਰ ਕੁਐਸਚਨ ਆ ਜਾਂਦਾ ਕਿ ਕਿਸ ਰਾਜੇ ਨੇ ਥਨੇਸ਼ਰ ਤੋਂ ਬਦਲ ਕੇ ਆਪਣੀ ਰਾਜਧਾਨੀ ਕਨੌਜ ਬਣਾਈ, ਤਾਂ ਉਹ ਹਰਸ਼ਵਰਧਨ ਸੀ ਜੀ। ਅਤੇ ਇਸ ਤੋਂ ਇਲਾਵਾ ਇਹ 2 ਰਾਜਾਂ ਦਾ ਸ਼ਾਸਕ ਵੀ ਇਹ ਪੁੱਛ ਲੈਂਦੇ ਆ, ਤਾਂ ਕੌਣ ਸੀਗਾ? ਉਹ ਸੀ ਹਰਸ਼ਵਰਧਨ। ਮੋਖਰੀ ਵੰਸ਼ ਆਪਦੇ ਭੈਣ ਵਾਲਾ ਜੋ ਜਿੱਥੇ ਦੀ ਭੈਣ ਵਿਆਹੀ ਸੀ, ਅਤੇ ਪੁਸ਼ਯਭੂਤੀ ਵੰਸ਼ ਜੋ ਇਸ ਦਾ ਆਪਣਾ ਸੀ। ਸੋ ਇਸ ਦੇ ਨਾਲ ਹੀ ਆਪਣੀ ਅੱਜ ਦੀ ਜਿਹੜੀ ਕਲਾਸ ਉਹ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਆਸ ਕਿ ਤੁਹਾਨੂੰ ਜੋ ਵੀ ਕਰਵਾਇਆ ਜਾਂਦਾ ਵੀਡੀਓਜ਼ ਦੇ ਵਿੱਚ ਪਸੰਦ ਆ ਰਿਹਾ ਹੋਵੇਗਾ, ਤਾਂ ਪਲੀਜ਼ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਫਰੈਂਡਸ ਰਿਲੇਟਿਵ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਜੋ ਸਾਨੂੰ ਜਿਹੜੀ ਅੱਗੇ ਤੋਂ ਅਸੀਂ ਮੋਟੀਵੇਟ ਅਤੇ ਤੁਹਾਡੇ ਲਈ ਲਾਹੇਵੰਦ ਵੀਡੀਓਜ਼ ਲੈ ਕੇ ਆ ਸਕੀਏ। ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਧੰਨਵਾਦ।